ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਾਂ ਦੀਪਕ ਭੰਡਾਰੀ ਤੁਸੀਂ ਦੇਖ ਰਹੇ ਹੋ D4 ਨਿਊਜ਼। ਚਰਚਾ ਕਰਾਂਗੇ ਦਿਨ ਭਰ ਦੀਆਂ ਵੱਡੀਆਂ ਖਬਰਾਂ ਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਚੁਣਾਵਾਂ ਨੂੰ ਲੈ ਕੇ ਪੁਲਿਸ ਅਫਸਰਾਂ ਦੇ ਨਾਲ ਲੁਧਿਆਣਾ ਦੇ ਵਿੱਚ ਬੈਠਕ ਕੀਤੀ ਤੇ ਉਹਨਾਂ ਨੇ ਸੁਚੇਤ ਰਹਿਣ ਲਈ ਸਾਰੇ ਅਧਿਕਾਰੀਆਂ ਨੂੰ ਆਖਿਆ ਕਿ ਚੁਣਾਵਾਂ ਦੇ ਵਿੱਚ ਨਸ਼ੇ ਦੀ ਸਪਲਾਈ ਪੰਜਾਬ ਦੇ ਵਿੱਚ ਵਧੇ ਨਾ, ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਪਏਗਾ। ਜਿਹੜਾ ਡਰੱਗ ਤਸਕਰੀ ਕਰਦੇ ਨੇ ਉਹਨਾਂ ਦੇ ਉੱਤੇ ਖਾਸ ਤੌਰ ਤੇ ਨਜ਼ਰ ਰੱਖੀ ਜਾਵੇ, ਉਹਨਾਂ ਦੀਆਂ ਗਤੀਵਿਧੀਆਂ ਦੇ ਉੱਤੇ ਵੀ ਧਿਆਨ ਰੱਖਿਆ ਜਾਏ ਕਿ ਕਿੱਥੋਂ ਨਸ਼ਾ ਆਉਂਦਾ ਹੈ, ਕੌਣ ਸਪਲਾਈ ਕਰ ਰਿਹਾ ਹੈ, ਕਿੱਥੇ ਜਾਣਾ ਹੈ ਤੇ ਇਹਦੇ ਵਿੱਚ ਕੌਣ-ਕੌਣ ਲੋਕ ਸ਼ਾਮਲ ਨੇ। ਇਹਨਾਂ ਸਾਰਿਆਂ ਨੂੰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਇਹ ਵੀ ਆਖਿਆ ਕਿ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਗਈ ਹੈ ਤੇ ਪੈਰਾਮਿਲਟਰੀ ਫੋਰਸਸ ਵੀ ਬਾਹਰੋਂ ਆ ਚੁੱਕੀਆਂ ਨੇ ਤੇ ਕੋਸ਼ਿਸ਼ ਇਹ ਧਿਆਨ ਰਵੇ ਅਧਿਕਾਰੀ ਖਾਸ ਤੌਰ ਤੇ ਇਸ ਗੱਲ ਦਾ ਖਿਆਲ ਰੱਖਣ ਕਿ ਕੋਈ ਵੀ ਬੰਦਾ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਨਾ ਕਰੇ। ਜਿਹੜੇ ਨਾਕਿਆਂ ਤੇ ਪੁਲਿਸ ਮੁਲਾਜ਼ਮ ਤੈਨਾਤ ਨੇ ਉੱਥੇ ਉਹਨਾਂ ਨੂੰ ਇਸ ਗੱਲ ਤੋਂ ਅਵੇਅਰ ਕੀਤਾ ਜਾਵੇ ਤਾਂ ਕਿ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਆਹਤ ਨਾ ਹੋਣ, ਕਿਉਂਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਦੂਜੇ ਪਾਸੇ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਮ੍ਹਾਂ ਕਰਨਾ ਹੈ, ਇਸ ਦੇ ਉੱਤੇ ਵੀ ਗੱਲਬਾਤ ਕੀਤੀ ਗਈ। ਪੰਜਾਬ ਦੇ ਵਿੱਚ 24 ਕੰਪਨੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਤੈਨਾਤ ਕਰ ਦਿੱਤੀਆਂ ਗਈਆਂ ਤੇ ਜਿਹੜੇ ਵਿਸ਼ੇਸ਼ DGP ਨੇ ਅਰਪਿਤ ਸ਼ੁਕਲਾ ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਸੁਰੱਖਿਆ ਬਲਾਂ ਨੇ ਜਿਹੜੇ ਰਾਜੇ ਦੇ ਵਿੱਚ ਸੰਵੇਦਨਸ਼ੀਲ ਜ਼ਿਲ੍ਹੇ ਨੇ ਉੱਥੇ ਇਹਨਾਂ ਨੂੰ ਤੈਨਾਤ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਵਿੱਚ ਵੀ ਪੈਰਾਮਿਲਟਰੀ ਫੋਰਸਿਸ ਤੈਨਾਤ ਕਰ ਦਿੱਤੀ ਗਈ ਹੈ। ਉਹਨਾਂ ਨੇ ਆਖਿਆ ਕਿ ਲੋਕਾਂ ਦੀ ਸੁਰੱਖਿਆ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ। ਇੱਕ ਵਾਰ ਫਿਰ ਕਿਸਾਨਾਂ ਨੇ ਕੱਲ ਦਿੱਲੀ ਦੇ ਵਿੱਚ ਮਹਾ ਰੈਲੀ ਰੱਖੀ ਹੈ ਤੇ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਿਸਾਨਾਂ ਦਾ ਜੱਥਾ ਦਿੱਲੀ ਵਾਸਤੇ ਰਵਾਨਾ ਹੋਇਆ। ਕਿਸਾਨ ਸੰਯੁਕਤ ਮੋਰਚਾ ਵੱਲੋਂ ਆਖਿਆ ਗਿਆ ਕਿ ਦਿੱਲੀ ਦੇ ਵਿੱਚ ਹੋਣ ਵਾਲੀ ਮਹਾ ਰੈਲੀ ਦੇ ਵਿੱਚ ਉਹ ਜਾ ਰਹੇ ਨੇ। ਦਿੱਲੀ ਦੇ ਵਿੱਚ ਕਿਸਾਨਾਂ ਦੀ ਰੈਲੀ ਨੂੰ ਸਰਕਾਰ ਨੇ ਮਜਬੂਰੀ ਦੇ ਵਿੱਚ ਮਨਜ਼ੂਰੀ ਦਿੱਤੀ ਹੈ, ਐਸਾ ਕਿਸਾਨ ਲੀਡਰਾਂ ਦਾ ਕਹਿਣਾ ਹੈ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮਹਾ ਪੰਚਾਇਤ ਦੇ ਜ਼ਰੀਏ ਕਿਸਾਨ ਸਰਕਾਰ ਨੂੰ ਦੱਸਣਾ ਚਾਹੁੰਦੀ ਹੈ ਕਿ ਜਿਹੜਾ ਕਿਸਾਨ ਇਕਜੁੱਟ ਨੇ ਤੇ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਹੀ ਪੈਣਗੀਆਂ। ਉਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਫਿਰ ਮੋਰਚਾ ਹੋਰ ਵੀ ਤੇਜ਼ ਕੀਤਾ ਜਾਏਗਾ ਤੇ ਕਿੱਥੇ ਕਿਸਾਨਾਂ ਨੂੰ ਜੇ ਰੋਕਿਆ ਗਿਆ, ਜੇ ਕੋਸ਼ਿਸ਼ ਕੀਤੀ ਗਈ ਤੇ ਉੱਥੇ ਹੀ ਕਿਸਾਨ ਧਰਨਾ ਲਾ ਦੇਣਗੇ। ਇਹ ਪਹਿਲਾਂ ਹੀ ਸਰਕਾਰ ਨੂੰ ਅਸੀਂ ਚੇਤਾਵਨੀ ਦੇ ਚੁੱਕੇ हैं। शहीदी समागम की रैली होगी, वो इधर एक करेंगे, उसके बाद हिसार में, दूसरी इधर अम्बाला साइड में पूरे एरिया में आपको डेट कौन कौन जिलों में जाएगी ये भी बता देंगे। उसके बाद हम लोग अम्बाड़ा मौड़ा मंडी में ये 31 मार्च को ये बड़ी शहीदी समागम करेंगे शहीद सुपकर्ण के उपलक्ष्य में, और सारी बात देश के सामने रखेंगे कि हमारा शहीद सुपकर्ण सिंह इसलिए शहीद किया गया क्योंकि हम अपनी राजधानी में जाना चाहते थे, क्योंकि हम MSP लीगल गारंटी कानून मांग रहे थे, ये हमारा कसूर था। ये सारी बात देश के समक्ष लेके जाएंगे। एक तो हमारा ये कार्यक्रम है और पूरे देश में बड़ी महापंचायतें और श्रद्धांजलि समागम इसी तरह से उसकी डेट आगे जाकर आपके सामने पूरे देश की आ जाएगी, वो करेंगे। उसके बाद जो भाजपा गठजोड़ है इसका हर गांव में, देश के हर गांव में जब भी भाजपा गठजोड़ के लीडर्स या भाजपा के लीडर्स आएंगे वहां पीसफुली जाएंगे और उनसे शहीद सुपकर्ण जी की तख्ती लेकर, मांगों की तख्ती लेकर उनसे मांग करेंगे कि ये शहीद सुपकर्ण सिंह का क्या कसूर था, क्यों उसे शहीद किया गया, और उसे अपनी मांगों को लेकर और जो हमारे ऊपर बर्बरता से जो कार्रवाई हुई, जिस तरह से यहाँ पर हुआ, जिस तरह से हमारे बहुत से नौजवानों को जख्मी किया गया, किसान मजदूर को जख्मी किया, सारी बात उसके सामने रखेंगे। अगर अच्छा हो हम पीसफुली ढंग से। ਹਰਿਆਣਾ ਦੇ ਵਿੱਚ BJP ਤੇ JJP ਦਾ ਗਠਬੰਧਨ ਟੁੱਟ ਚੁੱਕਿਆ ਹੈ। ਸਾਰੇ ਲੋਕ ਹੈਰਾਨ ਸਨ ਜਦੋਂ ਇੱਕਦਮ ਉੱਥੋਂ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਸਤੀਫਾ ਦੇ ਦਿੰਦੇ ਨੇ। ਕਿਹਾ ਜਾ ਰਿਹਾ ਹੈ ਕਿ BJP ਦੇ ਲੀਡਰ ਵਿਜੇ ਵਰਗੀਏ ਨੇ ਇਹ ਸਾਰੀ ਜਿਹੜੀ ਹੈ ਇਹ ਪਟਕਥਾ ਇਹਦੀ ਲਿਖੀ ਹੈ, ਕਿਉਂਕਿ ਹਰਿਆਣਾ ਦੇ ਵਿੱਚ BJP ਨੇ ਜਨ ਨਾਇਕ ਜਨਤਾ ਪਾਰਟੀ ਦੇ ਨਾਲ ਆਪਣਾ 4.5 ਸਾਲ ਪੁਰਾਣਾ ਗਠਬੰਧਨ ਤੋੜ ਦਿੱਤਾ ਹੈ। बीजेपी के राष्ट्रीय महासचिव ते मध्य प्रदेश सरकार के मंत्री
कैलाश विजय वर्गीय ਦਾ ਕਹਿਣਾ ਸੀਗਾ ਇਹ ਜਿਹੜਾ ਗਠਬੰਧਨ ਬੀਜੇਪੀ ਨੇ ਆਪ ਤੋੜਿਆ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਜੇਜੇਪੀ ਦੇ ਨਾਲ ਬੀਜੇਪੀ ਨੂੰ ਬਹੁਤ ਬਦਨਾਮੀ ਸਹਿਣੀ ਪੈ ਰਹੀ ਹੈ ਤੇ ਇਸ ਕਰਕੇ ਕਿਤੇ ਲੋਕ ਸਭਾ ਚੁਣਾਵਾਂ ਦੇ ਵਿੱਚ ਬੀਜੇਪੀ ਨੂੰ ਨੁਕਸਾਨ ਨਾ ਹੋਏ, ਇਸ ਕਰਕੇ ਇਹ ਵੱਡਾ ਫੈਸਲਾ ਲਿਆ ਗਿਆ। ਹਾਲਾਂਕਿ ਜਿਹੜੇ ਨਵੇਂ ਬਣਾਏ ਗਏ ਨੇ ਮੁੱਖ ਮੰਤਰੀ ਉਹਨਾਂ ਨੇ ਫਲੋਰ ਟੈਸਟ ਵੀ ਪਾਸ ਕਰ ਲਿਆ ਤੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਮਨੋਹਰ ਲਾਲ ਖੱਟਰ ਨੇ ਕੀ ਉਹਨਾਂ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਜਾ ਸਕਦਾ ਹੈ। 2019 ਦੇ ਵਿੱਚ ਬੀਜੇਪੀ ਨੇ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਜਿੱਤੀਆਂ ਸੀ। ਇਸ ਵਾਰੀ ਵੀ ਬੀਜੇਪੀ ਹਰ ਜਿਹੜਾ ਆਪਣਾ ਜਿਹੜਾ ਕਦਮ ਹੈ ਉਹ ਸਾਵਧਾਨੀ ਨਾਲ ਰੱਖ ਰਹੀ ਹੈ ਤਾਂ ਕਿ ਇੱਕ ਵਾਰ ਫਿਰ ਹਰਿਆਣਾ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿਹੜੀਆਂ ਜਿੱਤੀਆਂ ਜਾ ਸਕਣ। ਹੁਣ ਹਰਿਆਣਾ ਆਏ ਸਨ ਵਿਜੇ ਵਰਗੀਏ ਤੇ ਉਸ ਤੋਂ ਬਾਅਦ ਜਦੋਂ ਵਾਪਸ ਜਾਂਦੇ ਨੇ ਉਸ ਤੋਂ 3 ਦਿਨਾਂ ਬਾਅਦ ਹੀ ਇਹ ਜਿਹੜਾ ਗਠਬੰਧਨ ਸਮਝੌਤਾ ਹੋਇਆ ਹੁੰਦਾ ਉਹ ਟੁੱਟ ਜਾਂਦਾ ਹੈ। ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਇੰਦੌਰ 'ਚ ਇਹ ਮੌਜੂਦ ਹੁੰਦੇ ਕੈਲਾਸ਼ ਵਿਜੇ ਵਰਗੀਏ ਤੇ ਪੱਤਰਕਾਰ ਉਹਨਾਂ ਨੂੰ ਪੁੱਛਦੇ ਆ ਵੀ ਹਰਿਆਣਾ ਦੇ ਵਿੱਚ ਜੇਜੇਪੀ ਦੇ ਨਾਲ ਤੁਸੀਂ ਗਠਬੰਧਨ ਕਿਉਂ ਤੋੜਿਆ ਤੇ ਉਹ ਕਹਿੰਦੇ ਨੇ ਗਠਬੰਧਨ ਅਸੀਂ ਤੋੜਿਆ ਕਿਉਂਕਿ ਪਾਰਟੀ ਦੀ ਬੀਜੇਪੀ ਦੀ ਬਦਨਾਮੀ ਹੋ ਰਹੀ ਸੀ ਜੇਜੇਪੀ ਕਾਰਨ। ਉਹਨਾਂ ਨੇ ਇਹ ਵੀ ਆਖਿਆ ਕਿ ਮੈਂ ਕੁਝ ਦਿਨ ਹਰਿਆਣਾ ਦੇ ਵਿੱਚ ਰਿਹਾ, ਉੱਥੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਤੇ ਮੈਂ ਆਪਣੀ ਫੀਡਬੈਕ ਆਲਾ ਕਮਾਨ ਨੂੰ ਦੇ ਦਿੱਤੀ ਸੀ। ਉਹਨਾਂ ਨੇ ਵੀ ਲੋਕਾਂ ਨੇ ਜਦੋਂ ਪੁੱਛਿਆ ਪੱਤਰਕਾਰਾਂ ਨੇ ਵੀ ਕੀ ਜੇਜੇਪੀ ਦੇ ਨਾਲ ਤੁਸੀਂ ਜਿਹੜਾ ਗਠਬੰਧਨ ਤੋੜਿਆ ਤੁਹਾਨੂੰ ਬੀਜੇਪੀ ਨੂੰ ਉਹਦਾ ਨੁਕਸਾਨ ਹੋਏਗਾ ਤੇ ਉਹਨਾਂ ਦਾ ਕਹਿਣਾ ਕਿ ਬਿਲਕੁਲ ਨੁਕਸਾਨ ਨਹੀਂ ਹੋਏਗਾ ਕਿਉਂਕਿ ਅਸੀਂ ਜਨ ਨਾਇਕ ਜਨਤਾ ਪਾਰਟੀ ਕੋਲੋਂ ਛੁਟਕਾਰਾ ਪਾ ਲਿਆ ਤੇ ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ। ਹੁਣ ਮੁੱਖ ਮੰਤਰੀ ਇੱਕ ਪਿਛੜੀ ਜਾਤੀ ਤੋਂ ਬਣਾਇਆ ਗਿਆ, ਇਸ ਕਰਕੇ ਬੀਜੇਪੀ ਨੇ ਆਪਣੀ ਲਾਈਨ ਕਲੀਅਰ ਕਰ ਦਿੱਤੀ ਹੈ। ਪਾਰਟੀ ਪ੍ਰਦੇਸ਼ ਦੇ ਵਿੱਚ ਕਰੀਬ 78% ਐਂਟੀ ਜਾਟ ਜਿਹੜੇ ਵੋਟ ਨੇ ਉਹਨਾਂ ਨੂੰ ਇਕਜੁੱਟ ਕਰਨਾ ਚਾਹੁੰਦੀ ਹੈ ਤੇ ਆਉਣ ਵਾਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਫਿਰ ਜਿਹੜਾ ਦਸੇ ਦੀਆਂ ਦਸੇ ਸੀਟਾਂ ਹਰਿਆਣਾ ਦੀਆਂ ਉਹ ਜਿੱਤਣਾ ਚਾਹੁੰਦੀ ਹੈ ਤੇ ਹਰਿਆਣਾ ਦੇ ਵਿੱਚ ਬੀਜੇਪੀ ਇਹ ਜਾਣਦੀ ਹੈ ਕਿ 22% ਜਾਟ ਵੋਟ ਜਿਹੜਾ ਉਹ ਡਿਵਾਈਡ ਹੋ ਜਾਏਗਾ ਤਾਂ ਹੀ ਪਾਰਟੀ ਨੂੰ ਫਾਇਦਾ ਹੋਏਗਾ। ਪਿਛਲੀ ਵਾਰ ਵੀ ਜਾਟ ਵੋਟ ਜਿਹੜਾ ਉਹ ਡਿਵਾਈਡ ਹੋਇਆ ਸੀ ਤੇ ਬੀਜੇਪੀ ਨੇ 10 ਦੀਆਂ 10 ਸੀਟਾਂ ਜਿੱਤੀਆਂ ਸੀ, ਇਸ ਕਰਕੇ ਬੀਜੇਪੀ ਨੇ ਇਹ ਵੱਡਾ ਫੈਸਲਾ ਲਿਆ। ਦੂਜੇ ਪਾਸੇ ਤੁਹਾਨੂੰ ਯਾਦ ਹੀ ਹੋਣਾ ਕਿ ਕਿਸ ਤਰ੍ਹਾਂ ਪਹਿਲਵਾਨਾਂ ਨੇ ਪ੍ਰਦਰਸ਼ਨ ਕੀਤਾ ਸੀ ਬੀਜੇਪੀ ਦੇ ਖਿਲਾਫ, ਆਰੋਪ ਲਾਏ ਸਨ ਮਹਿਲਾ ਪਹਿਲਵਾਨਾਂ ਨੇ ਕਿ ਉਹਨਾਂ ਦੇ ਨਾਲ ਕੇਂਦਰੀ ਜਿਹੜੇ ਬੀਜੇਪੀ ਦੇ ਵੱਡੇ ਲੀਡਰ ਨੇ ਉਹਨਾਂ ਨੇ ਬਦਸਲੂਕੀ ਕੀਤੀ ਹੈ। ਕਈ ਸਮੇਂ ਤੱਕ ਉਹ ਧਰਨੇ ਤੇ ਬੈਠੇ ਰਹੇ ਪਰ ਨਿਕਲਿਆ ਇਸ ਮਾਮਲੇ ਦੇ ਵਿੱਚੋਂ ਕੁਝ ਵੀ नहीं। देखिए, ऐसा है कि हम पार्टी के कार्यकर्ता हैं, पार्टी जो आदेश देगी वो करेंगे, पर मुझे इस बात की बहुत प्रसन्नता है कि देश के प्रधानमंत्री नरेंद्र मोदी के नेतृत्व में जिस प्रकार विकास के कार्य हो रहे हैं, यदि हम देखें तो पिछले 3 महीने में 85 लाख करोड़ के शिलान्यास और उद्घाटन हुए। मेरा ख्याल है कि आज़ादी के बाद इतने ज़बरदस्त विकास के काम कभी भी नहीं हुए जितना अभी हुए हैं। आज ही अगर हम रेलवे की बात करें तो लगभग 80,000 करोड़ के आज ही उद्घाटन हुए। तो देश के अंदर जो विकास का रथ चल रहा है मोदी जी के नेतृत्व में, प्रदेश में डॉक्टर मोहन यादव के नेतृत्व में डबल इंजन की सरकार प्रदेश में भी ज़बरदस्त विकास करेगी, देश में भी ज़बरदस्त विकास करेगी। और इस विकास के कारण और विशेषकर गरीब कल्याण की योजनाओं के कारण गरीबों का एक बहुत बड़ा वोट बैंक मोदी जी के साथ है। तो मुझे लगता है कि जैसा हमने नारा दिया है इस बार 400 पार, मुझे कोई आश्चर्य नहीं होगा अगर 400 से भी अधिक सीट लोकसभा में हम जीतेंगे और एक बार फिर से मोदी जी के हाथ में देश की बागडोर। 5 सीटें बची है, अगर आपको टिकट मिलता है तो आप चुनाव लड़ेंगे किसी एक सीट? देखिए, काल्पनिक प्रश्न का मैं जवाब नहीं देता। हरियाणा में जेजेपी ने आपसे गठबंधन तोड़ लिया है। हमने तोड़ा है उनसे, उनके कारण हमारी पार्टी बदनाम हो गई थी। मैं परसों हरियाणा में ही था, हम लोगों की काफ़ी चर्चा हुई, चर्चा के बाद ये निर्णय लिया गया कि जेजीपी वहाँ पर कुछ न कुछ इस प्रकार के काम कर रही थी जिससे सरकार की छवि खराब हो रही थी, इसलिए हमने जेजीपी से नाता तोड़ा। नुकसान तो नहीं होगा पार्टी को आगे? बिल्कुल नहीं, बिल्कुल नहीं। मैं कह रहा हूँ ना आपको कि हरियाणा में भी बहुत विकास हुआ मनोहर लाल खट्टर जी के नेतृत्व में, और देश में भी बहुत विकास हुआ। हरियाणा की पर कैपिटा इनकम बढ़ी है। आप 75 साल से कांग्रेस से लड़ रहे हैं और आज वही कांग्रेस के लोग आपके साथ में पूरे आ गए, तो ये कहीं ना कहीं भारतीय जनता पार्टी को खराब नहीं करेंगे? देखिए, हम जब संघ की शाखा में जाते थे तो हमें एक बौद्धिक में जो तृतीय सरसंघ चालक थे उन्होंने अपने बौद्धिक में कहा था कि
आप सब स्वयंसेवक हैं और बाकी सब भावी स्वयंसेवक हैं। उन्होंने कहा कि इस देश को अगर बचाना है तो सबको स्वयंसेवक बनना पड़ेगा और इसलिए हमारा मिशन बहुत साफ है। हम देश को ताकतवर बनाएंगे और इसलिए सबको साथ में लेके चलेंगे। हमारा नारा भी है सबका साथ, सबका विकास, सबका विश्वास और सबका प्रयास। इसी के अंतर्गत यदि कोई मोदी जी से प्रभावित होकर हमारी पार्टी में आता है तो हम उसका स्वागत करें। जिस तरीके से लगातार कांग्रेस नेताओं को बीजेपी ले रही है, तो बीजेपी के कार्यकर्ता स्थानीय लोगों में भी असंतोष आ रहा है, उसको लेकर क्या प्लानिंग है? बिल्कुल असंतोष नहीं। और कार्यकर्ता भारतीय जनता पार्टी का कार्यकर्ता वो समझता है कि हम देश के लिए काम कर रहे हैं। जो व्यक्तिगत महत्वाकांक्षा के आदि हैं उनको जरूर तकलीफ होगी, पर भारतीय जनता पार्टी के विचारधारा के लिए जो काम करता है उसको भी तकलीफ है। ਭਾਵੇਂ ਜਾਟ ਆਰਕਸ਼ਣ ਹੋਵੇ ਜਾਂ ਫਿਰ ਮਹਿਲਾ ਪਹਿਲਵਾਨਾਂ ਦਾ ਮੁੱਦਾ ਹੋਵੇ, ਹਰਿਆਣਾ ਦੇ ਜਾਟਾਂ ਦੇ ਵਿੱਚ ਬੀਜੇਪੀ ਨੂੰ ਲੈ ਕੇ ਬਹੁਤ ਨਾਰਾਜ਼ਗੀ ਹੈ। ਹੁਣ ਬੀਜੇਪੀ ਨੇ ਕੋਸ਼ਿਸ਼ ਤੇ ਕੀਤੀ ਹੈ ਨਾਰਾਜ਼ਗੀ ਨੂੰ ਦੂਰ ਕਰਨ ਦੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੇਖਣਾ ਪਏਗਾ ਕਿ ਬੀਜੇਪੀ ਨੂੰ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਹਦਾ ਫਾਇਦਾ ਹੋ ਪਾਏਗਾ ਜਾਂ ਨਹੀਂ। ਤੁਹਾਨੂੰ ਦੱਸ ਦਈਏ ਕਿ ਓਮ ਪ੍ਰਕਾਸ਼ ਚੌਟਾਲਾ ਦੇ ਜਿਹੜੇ ਪੋਤੇ ਨੇ ਉਹਨਾਂ ਨੇ ਆਪਣੇ ਚਾਚੇ ਨਾਲੋਂ ਵੱਖ ਹੋ ਕੇ ਜੇਜੇਪੀ ਬਣਾਈ ਸੀ ਤੇ 10 ਸੀਟਾਂ ਹਾਸਲ ਕੀਤੀਆਂ ਸਨ ਤੇ ਉਹਨਾਂ ਨੇ ਬੀਜੇਪੀ ਨੂੰ ਸਮਰਥਨ ਦਿੱਤਾ ਸੀ ਤੇ ਆਪ ਡਿਪਟੀ ਸੀਐਮ ਬਣ ਗਏ ਸਨ ਤੇ ਹੁਣ ਬੀਜੇਪੀ ਨੇ ਉਹਨਾਂ ਕੋਲੋਂ ਕਿਨਾਰਾ ਕਰ ਲਿਆ। ਹੁਣ ਇਹ ਵੀ ਕਿਆਸ ਲਾਏ ਜਾ ਰਹੇ ਨੇ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਿਹੜੇ ਉਹਨਾਂ ਨੇ ਕਿਉਂਕਿ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਤੇ ਕੀ ਉਹਨਾਂ ਨੂੰ ਹੁਣ ਪੰਜਾਬ ਦਾ ਗਵਰਨਰ ਬਣਾਇਆ ਜਾਏਗਾ, ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਆਪਣਾ ਅਸਤੀਫਾ ਕੇਂਦਰੀ ਲੀਡਰਸ਼ਿਪ ਨੂੰ ਭੇਜ ਚੁੱਕੇ ਨੇ। ਹਾਲਾਂਕਿ ਉਹਨਾਂ ਦਾ ਹਜੇ ਤੱਕ ਅਸਤੀਫਾ ਜਿਹੜਾ ਸਵੀਕਾਰ ਨਹੀਂ ਕੀਤਾ ਗਿਆ। ਹੁਣ ਕੀ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉਹ ਪੰਜਾਬ ਦੇ ਰਾਜਪਾਲ ਹੋਣਗੇ, ਇਹਦੇ ਤੇ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਨੇ। ਸਟੇਟ ਬੈਂਕ ਆਫ ਇੰਡੀਆ ਦੇ ਚੇਅਰਮੈਨ ਦਿਨੇਸ਼ ਕੁਮਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਇੱਕ ਐਫੀਡੇਵਿਟ ਫਾਈਲ ਕੀਤਾ ਹੈ। ਇਹ 'ਚ ਦੱਸਿਆ ਗਿਆ ਹੈ ਸੁਪਰੀਮ ਕੋਰਟ ਦੇ 11 ਮਾਰਚ ਦੇ ਨਿਰਦੇਸ਼ ਦੇ ਮੁਤਾਬਿਕ ਇਲੈਕਟੋਰਲ ਬੌਂਡ ਦੇ ਨਾਲ ਜਿਹੜੀ ਵੀ ਜਾਣਕਾਰੀ ਸੀ ਇਹ ਇਲੈਕਸ਼ਨ ਕਮਿਸ਼ਨ ਨੂੰ ਦੇ ਦਿੱਤੀ ਗਈ ਹੈ। ਸਟੇਟ ਬੈਂਕ ਆਫ ਇੰਡੀਆ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇੱਕ ਪੈਨ ਡਰਾਈਵ ਦੇ ਵਿੱਚ 2 ਫਾਈਲਾਂ ਦਿੱਤੀਆਂ। ਇੱਕ ਫਾਈਲ ਦੇ ਵਿੱਚ ਬਾਂਡ ਖਰੀਦਣ ਵਾਲਿਆਂ ਦੀ ਡਿਟੇਲ ਹੈ, ਇਹਦੇ ਵਿੱਚ ਬਾਂਡ ਖਰੀਦਣ ਦੀ ਤਰੀਕ, ਰਕਮ ਦਾ ਪੂਰਾ ਜ਼ਿਕਰ ਹੈ ਤੇ ਦੂਸਰੀ ਫਾਈਲ ਦੇ ਵਿੱਚ ਬਾਂਡ ਇਨ ਕੈਸ਼ ਜਿਹੜਾ ਉਹ ਕਰਵਾਉਣ ਵਾਲੀਆਂ ਰਾਜਨੀਤਿਕ ਪਾਰਟੀਆਂ ਦੀ ਪੂਰੀ ਜਾਣਕਾਰੀ ਦਿੱਤੀ ਹੈ। ਲਿਫਾਫੇ ਦੇ ਵਿੱਚ 2 PDF ਫਾਈਲਾਂ ਵੀ ਹੈ। ਇਹ PDF ਫਾਈਲਾਂ ਜਿਹੜੀਆਂ ਪੈਨ ਡਰਾਈਵ ਦੇ ਵਿੱਚ ਰੱਖੀਆਂ ਗਈਆਂ, ਇਹਨਾਂ ਨੂੰ ਖੋਲ੍ਹਣ ਦੇ ਨਾਲ ਜਿਹੜੇ ਪਾਸਵਰਡ ਹੈਗੇ ਨੇ ਉਹ ਵੀ ਅਸੀਂ ਨਾਲ ਹੀ ਉਹਨਾਂ ਨੂੰ ਦੱਸ ਦਿੱਤੇ ਨੇ। SBI ਦੇ ਹਲਫਨਾਮੇ ਦੇ ਮੁਤਾਬਕ 1 ਅਪ੍ਰੈਲ 2019 ਤੋਂ 15 ਫਰਵਰੀ 2024 ਤੱਕ 22,217 ਇਲੈਕਟੋਰਲ ਬੌਂਡ ਖਰੀਦੇ ਗਏ। ਇਹਦੇ ਵਿੱਚੋਂ 22,030 ਬੌਂਡ ਦਾ ਜਿਹੜਾ ਪੈਸਾ ਹੈ ਰਾਜਨੀਤਿਕ ਪਾਰਟੀਆਂ ਨੇ ਕੈਸ਼ ਕਰਾ ਲਿਆ ਤੇ ਪਾਰਟੀਆਂ ਨੇ 15 ਦਿਨ ਦੀ ਵੈਲਿਡਿਟੀ ਦੇ ਅੰਦਰ 187 ਬੌਂਡ ਜਿਹੜੇ ਕੈਸ਼ ਨਹੀਂ ਕਰਾਏ। ਇਸ ਕਰਕੇ ਇਹ ਰਕਮ ਜਿਹੜੀ ਹੈ ਪ੍ਰਧਾਨ ਮੰਤਰੀ ਰਾਹਤ ਕੋਸ਼ ਦੇ ਵਿੱਚ ਟ੍ਰਾਂਸਫਰ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ SBI ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਤੁਸੀਂ ਉਹਨਾਂ ਵੱਲੋਂ ਮੰਗੀ ਜਾਣਕਾਰੀ ਛੇਤੀ ਮੁਹੱਈਆ ਨਾ ਕਰਾਓਗੇ ਤੇ ਕੰਟੈਂਪਟ ਆਫ ਕੋਰਟ ਲੱਗੇਗੀ, ਕਿਉਂਕਿ ਐਸਾ ਅੰਦੇਸ਼ਾ ਲਗਾਇਆ ਜਾ ਰਿਹਾ ਕਿ ਰਾਜਨੀਤਿਕ ਪਾਰਟੀਆਂ ਨੂੰ ਜਿਹੜਾ ਫੰਡ ਇਲੈਕਟੋਰਲ ਬੌਂਡ ਦੇ ਥਰੂ ਮਿਲਦਾ ਉਹ ਬਲੈਕ ਮਨੀ ਹੈ, ਉਹ ਕਾਲਾ ਧਨ ਹੈ। ਇਸ ਕਰਕੇ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਸਖਤੀ ਵਿਖਾਈ ਸੀ। ਅੱਜ ਲਈ ਬਸ ਇੰਨਾ ਹੀ। ਕੱਲ ਤੁਹਾਨੂੰ ਫੇਰ ਰੂਬਰੂ ਹੋਵਾਂਗੇ, ਤਦ ਤੱਕ ਤੁਸੀਂ ਸਾਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ।